हेलो एवरीवन वेलकम टू विक्टर्स नॉलेज दिस इज चीनू शर्मा ਤੇ ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੌਪਿਕ ਲੈ ਕੇ ਆਈ ਹਾਂ ਪੰਜਾਬੀ ਲੈਂਗੁਏਜ ਸਕਿੱਲ ਦਾ ਸੋ ਜਿਹੜਾ ਇਹ ਟੌਪਿਕ ਹੈ ਇਹਦੇ ਵਿੱਚ ਮੈਂ 6-7 ਤੁਹਾਡੇ ਨਾਲ ਅਲੱਗ-ਅਲੱਗ ਤਰ੍ਹਾਂ ਦੇ ਟੌਪਿਕਸ ਡਿਸਕਸ ਕਰੂੰਗੀ ਤੇ ਬੇਸਿਕਲੀ ਜੇ ਤੁਸੀਂ ਪੰਜਾਬ ਸਬ ਇੰਸਪੈਕਟਰ ਐਗਜ਼ਾਮ ਦਾ ਸਿਲੇਬਸ ਦੇਖਿਆ ਹੋਊਗਾ ਤਾਂ ਉਹਦੇ ਵਿੱਚ ਟੋਟਲ 6-7 ਟੌਪਿਕ ਨੇ ਪੰਜਾਬੀ ਲੈਂਗੁਏਜ ਹੈਡ ਦੇ ਅੰਦਰ ਤੇ ਉਹਨਾਂ ਦੇ ਵਿੱਚੋਂ ਜਿਹੜਾ ਪ੍ਰੈਸੀ ਸਕਿੱਲ ਦਾ ਟੌਪਿਕ ਹੈ ਉਹ ਆਲਰੇਡੀ ਮੈਂ ਬਹੁਤ ਡੀਟੇਲ ਵਿੱਚ ਡਿਸਕਸ ਕਰ ਚੁੱਕੀ ਹਾਂ ਉਹਨੂੰ ਲੈ ਕੇ ਵੀਡੀਓ ਮੇਰੇ ਚੈਨਲ ਉੱਤੇ ਆਲਰੇਡੀ ਅਪਲੋਡਡ ਹੈ ਤੇ ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਅਟੈਚ ਕਰ ਦੂੰਗੀ ਤੇ ਨਾਲ ਹੀ ਜੇ ਤੁਸੀਂ ਮੇਰੇ ਚੈਨਲ ਤੇ ਫਰਸਟ ਟਾਈਮ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਡੂ ਸਬਸਕ੍ਰਾਈਬ ਟੂ ਮਾਈ ਚੈਨਲ ਐਂਡ ਸਪੋਰਟ ਇਟ ਸੋ ਨਾਓ ਲੈਟਸ ਮੂਵ ਟੂ ਦ ਟੌਪਿਕ ਸੋ ਸਭ ਤੋਂ ਪਹਿਲਾਂ ਹੁਣ ਆਪਾਂ ਟੌਪਿਕਸ ਦੇਖ ਲੈਂਦੇ ਆ ਵੀ ਕਿਹੜੇ-ਕਿਹੜੇ ਟੌਪਿਕਸ ਨੇ ਕਿਉਂਕਿ ਜਦੋਂ ਵੀ ਤੁਸੀਂ ਕੋਈ ਵੀ ਇੱਕ ਨਵਾਂ ਸਬਜੈਕਟ ਸ਼ੁਰੂ ਕਰਨਾ ਹੈ ਐਗਜ਼ਾਮ ਦੇ ਵਿੱਚ ਉਹਦਾ ਸਿਲੇਬਸ ਕੀ ਹੈ ਉਸ ਸਿਲੇਬਸ ਦੇ ਨਾਲ ਆਪਣੇ ਆਪ ਨੂੰ ਜਾਣੂ ਕਰਵਾਓ ਫੈਮੀਲੀਅਰ ਕਰਵਾਓ ਕਿਉਂਕਿ ਸਿਲੇਬਸ ਦੇ ਵਿੱਚ ਕੀ ਹੈ ਕਈ ਵਾਰੀ ਆਪਾਂ ਜਲਦੀ ਦੇ ਵਿੱਚ ਪੈਟਰਨ ਨਹੀਂ ਸਮਝ ਪਾਉਂਦੇ ਵੀ ਆਪਾਂ ਨੂੰ ਕੁਐਸਚਨ ਕਿਸ ਤਰ੍ਹਾਂ ਦੇ ਆਉਣੇ ਨੇ ਐਗਜ਼ਾਮ ਸੋ ਆਪਣੀ ਤਿਆਰੀ ਨੂੰ ਹਮੇਸ਼ਾ ਸਿਲੇਬਸ ਦੇ ਅਕੋਰਡਿੰਗ ਕਰੋ ਸੋ ਪਹਿਲਾਂ ਹੁਣ ਜਿਹੜੇ 7 ਟੌਪਿਕ ਨੇ ਇਹ 7 ਟੌਪਿਕ ਸਬ ਇੰਸਪੈਕਟਰ ਐਗਜ਼ਾਮ ਦੇ ਨੇ ਸੋ ਪਹਿਲਾ ਟੌਪਿਕ ਹੈ ਸੈਂਟੈਂਸ ਕੰਪਲੀਸ਼ਨ ਐਂਡ ਸਟਰਕਚਰਿੰਗ ਦੂਜਾ ਹੈ ਐਰਰ ਡਿਟੈਕਸ਼ਨ ਇਹਨਾਂ ਦੋਨਾਂ ਨੂੰ ਮੈਂ ਤੁਹਾਨੂੰ ਕੰਬਾਈਨਡ ਸਮਝਾ ਦੂੰਗੀ ਵੀ ਤੁਹਾਨੂੰ ਕਿਵੇਂ ਦੇ ਕੁਐਸਚਨ ਆ ਸਕਦੇ ਨੇ ਆਪਾਂ ਨੇ ਇਹਦੀ ਤਿਆਰੀ ਕਿਵੇਂ ਕਰਨੀ ਹੈ ਨੈਕਸਟ ਹੈ ਵੋਕੈਬਲਰੀ ਦੇ ਅੰਦਰ 3 ਚੀਜ਼ਾਂ ਨੇ ਵਿਰੋਧੀ ਸਮਾਨਾਰਥਕ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਐਂਟੋਨਿਮ ਸਿਨੋਨਿਮ ਵਨ ਵਰਡ ਸਬਸਟੀਟਿਊਟ ਸੋ ਇਹ ਮੈਂ ਤੁਹਾਡੇ ਲਈ 100 ਐਂਟੋਨਿਮ 100 ਸਿਨੋਨਿਮ ਤੇ 100 ਵਨ ਵਰਡ ਸਬਸਟੀਟਿਊਟ ਲੈ ਕੇ ਆਈ ਹਾਂ ਕਿਉਂਕਿ ਤੁਸੀਂ ਦੇਖਿਆ ਹੋਊਗਾ ਕਿ ਜਦੋਂ ਵੀ ਕੋਈ ਸਟੂਡੈਂਟ ਐਗਜ਼ਾਮ ਕਲੀਅਰ ਕਰਦਾ ਚਾਹੇ ਉਹ ਯੂਪੀਐਸਸੀ ਲੈਵਲ ਦਾ ਕੋਈ ਸਟੇਟ ਲੈਵਲ ਦਾ ਹਮੇਸ਼ਾ ਜਿਹੜੇ ਬੱਚਿਆਂ ਦੀ ਲੈਂਗੁਏਜ ਦੇ ਉੱਤੇ ਗ੍ਰਿਪ ਸਟਰੋਂਗ ਹੁੰਦੀ ਹੈ ਉਹੀ ਬੱਚੇ ਐਗਜ਼ਾਮ ਕਲੀਅਰ ਕਰਦੇ ਨੇ ਸੋ ਲੈਂਗੁਏਜ ਨੂੰ ਕਦੇ ਵੀ ਲਾਈਟਲੀ ਨਾ ਲਓ ਸੋ ਜਿੰਨੇ ਵੀ ਤੁਹਾਨੂੰ ਮੈਂ 100 ਐਂਟੋਨਿਮ ਸਿਨੋਨਿਮ ਦੀ ਲਿਸਟ ਦੇ ਰਹੀ ਹਾਂ ਟਰਾਈ ਕਰੋ ਕਿ ਇਹਨਾਂ ਨੂੰ ਪੇਪਰ ਤੋਂ ਪਹਿਲਾਂ ਤੁਸੀਂ 3-4 ਵਾਰੀ ਪੜ੍ਹ ਕੇ ਜਾਣਾ ਹੈ ਸੋ ਦੈਟ ਜਿਹੜੇ ਤੁਹਾਡੇ 7-8 ਨੰਬਰ ਇਹਨਾਂ ਚੋਂ ਆਣੇ ਨੇ ਵੋਕੈਬਲਰੀ ਚੋਂ ਉਹ ਪੱਕੇ ਹੋ ਜਾਣ ਉਸ ਤੋਂ ਬਾਅਦ ਹੈ ਰੀਡਿੰਗ ਪੈਸੇਜ ਸੋ ਰੀਡਿੰਗ ਪੈਸੇਜ ਤਾਂ ਕਾਮਨ ਜਿਵੇਂ ਆਪਾਂ ਇੰਗਲਿਸ਼ ਦਾ ਕਰਦੇ ਆ ਕਿ ਇੱਕ ਪੈਰਾ ਆ ਜਾਊਗਾ ਉਹਦੇ ਚੋਂ ਤੁਹਾਨੂੰ 4-5 ਕੁਐਸਚਨ ਦਿੱਤੇ ਹੋਣਗੇ ਪੈਰੇ ਚੋਂ ਤੁਸੀਂ ਉੱਤਰ ਉਹਨਾਂ ਦੇ ਲੱਭ ਕੇ ਸਹੀ ਆਪਸ਼ਨ ਟਿਕ ਕਰਨੀ ਹੈ ਸੋ ਰੀਡਿੰਗ ਪੈਸੇਜ ਇਜ਼ ਨਾਟ ਅ ਬਿਗ ਡੀਲ ਉਸ ਤੋਂ ਬਾਅਦ ਹੈ ਟ੍ਰਾਂਸਲੇਸ਼ਨ ਤੁਹਾਨੂੰ ਉੱਥੇ ਇੰਗਲਿਸ਼ ਨੂੰ ਪੰਜਾਬੀ ਵਿੱਚ ਟ੍ਰਾਂਸਲੇਸ਼ਨ ਆਣੀ ਹੈ ਪੰਜਾਬੀ ਨੂੰ ਇੰਗਲਿਸ਼ ਵਿੱਚ ਟ੍ਰਾਂਸਲੇਸ਼ਨ ਆਣੀ ਹੈ ਸੋ ਇਹ ਆਪਾਂ ਦੇਖਾਂਗੇ ਉਸ ਤੋਂ ਬਾਅਦ ਹੈ ਪ੍ਰੈਸੀ ਸਕਿੱਲ ਦੀ ਪੂਰੀ ਵੀਡੀਓ ਇੱਕ ਡੀਟੇਲਡ ਵਿਦ ਪ੍ਰੈਕਟੀਕਲ ਕੁਐਸਚਨ ਮੇਰੇ ਚੈਨਲ ਦੇ ਉੱਤੇ ਆਲਰੇਡੀ ਅਪਲੋਡਡ ਹੈ ਫਿਰ ਆਉਂਦੀਆਂ ਨੇ ਫਿਲ ਇਨ ਦੀ ਬਲੈਂਕਸ ਤੁਸੀਂ ਸ਼ਾਇਦ ਸਿਲੇਬਸ ਦੇਖ ਕੇ ਸੋਚ ਰਹੇ ਹੋਵੋਗੇ ਵੀ ਸਾਨੂੰ ਤਾਂ ਉਰੇ ਮੁਹਾਵਰੇ ਅਖਾਣ ਹੈ ਹੀ ਨਹੀਂ ਸਿਲੇਬਸ ਪਰ ਇਹ ਗਲਤੀ ਨਹੀਂ ਕਰਨੀ ਤੁਸੀਂ ਮੁਹਾਵਰੇ ਅਖਾਣ ਤੁਹਾਨੂੰ ਖਾਲੀ ਥਾਵਾਂ ਭਰੋ ਦੇ ਵਿੱਚ ਆ ਸਕਦੇ ਨੇ ਸੋ ਇਹ ਵੀ ਆਪਾਂ ਦੇਖਾਂਗੇ ਕਿ ਕਿਵੇਂ ਦੇ ਆਣੇ ਨੇ ਸੋ ਫਰਸਟ ਟੌਪਿਕ ਆਪਾਂ ਦੇਖਾਂਗੇ ਸੈਂਟੈਂਸ ਸਟਰਕਚਰਿੰਗ ਐਂਡ ਐਰਰ ਡਿਟੈਕਸ਼ਨ ਦਾ ਸੋ ਸੈਂਟੈਂਸ ਸਟਰਕਚਰਿੰਗ ਦਾ ਮਤਲਬ ਹੈ ਕਿ ਤੁਹਾਨੂੰ ਉੱਤੇ ਕੋਈ ਗਲਤ ਮਲਤ ਕੋਈ ਮੀਨਿੰਗਲੈਸ ਜਾਂ ਫਿਰ ਵਰਡਸ ਅੱਗੇ ਪਿੱਛੇ ਦਿੱਤੇ ਹੋਣਗੇ ਇੱਕ ਸੈਂਟੈਂਸ ਤੇ ਤੁਸੀਂ ਉਹਨੂੰ ਸਹੀ ਸਟਰਕਚਰ ਸਹੀ ਢਾਂਚੇ 'ਚ ਢਾਲ ਕੇ ਪੇਸ਼ ਕਰਨਾ ਹੈ ਸੋ ਜਿਵੇਂ ਹੁਣ ਤੁਸੀਂ ਉਹ ਐਗਜ਼ਾਮਪਲ ਦੇਖ ਲਓ ਸੋਹਣੀ ਇੱਕ ਭੱਜੀ ਜਾਂਦਾ ਲੜਕਾ ਆਇਆ ਜੇ ਤੁਸੀਂ ਇਹਨੂੰ ਇੰਗਲਿਸ਼ ਵੀ ਬਣਾ ਕੇ ਦੇਖੋਗੇ ਹੈਂਡਸਮ ਵਨ ਰਨਿੰਗ ਬॉय ਕੇਮ ਸੋ ਇਹਦਾ ਕੋਈ ਮਤਲਬ ਨਹੀਂ ਨਿਕਲ ਰਿਹਾ ਹੁਣ ਇਹਨੂੰ ਜੇ ਆਪਾਂ ਨੇ ਸਹੀ ਕਰਕੇ ਲਿਖਣਾ ਤਾਂ ਇਹਦਾ ਅਸਲੀ ਸੈਂਟੈਂਸ ਸਟਰਕਚਰ ਕਰਕੇ ਰਾਈਟ ਆਨਸਰ ਹੋਊਗਾ ਇੱਕ ਭੱਜਿਆ ਜਾਂਦਾ ਸੋਹਣਾ ਲੜਕਾ ਆਇਆ ਵਨ ਰਨਿੰਗ ਹੈਂਡਸਮ ਬॉय ਕੇਮ ਸੋ ਇਹ ਹੈ ਇਹਦਾ ਸਹੀ ਸੈਂਟੈਂਸ ਸਟਰਕਚਰਿੰਗ ਉਸ ਤੋਂ ਬਾਅਦ ਹੈ ਬਾਹਰ ਬਾਰਿਸ਼ ਹੋ ਰਿਹਾ ਹਨ ਸੋ ਉਰੇ ਤੁਸੀਂ ਐਰਰ ਡਿਟੈਕਸ਼ਨ ਵੀ ਨਾਲ ਹੀ ਹੋ ਗਿਆ ਜਾਂ ਤਾਂ ਉੱਥੇ ਤੁਹਾਨੂੰ ਪੇਪਰ 'ਚ ਆ ਸਕਦਾ ਹੈ ਕਿ ਡਿਟੈਕਟ ਦੀ ਐਰਰ ਤੁਸੀਂ ਉੱਥੇ ਆਪਸ਼ਨਸ ਹੋਣਗੀਆਂ ਹੋ ਰਹੀ ਹੈ ਹੋ ਰਹੇ ਹਨ ਸੋ ਤੁਹਾਨੂੰ ਉੱਥੇ ਇਹਨਾਂ 2-3 ਵਰਡਸ ਦੀਆਂ ਆਪਸ਼ਨਸ ਹੋਣਗੀਆਂ ਉਹਦੇ ਵਿੱਚੋਂ ਤੁਹਾਨੂੰ ਪਤਾ ਹੈ ਕਿ ਬਾਹਰ ਬਾਰਿਸ਼ ਸਹੀ ਹੈ ਇਹਦੇ 'ਚ ਕੋਈ ਗਲਤੀ ਨਹੀਂ ਹੈ ਕੋਈ ਐਰਰ ਨਹੀਂ ਡਿਟੈਕਟ ਹੋ ਰਿਹਾ ਐਰਰ ਹੈ ਪਿੱਛੇ ਵਾਲੇ 2 ਅੱਖਰਾਂ ਸੋ ਆਪਸ਼ਨ ਦੇ ਵਿੱਚ ਜੋ ਰਹੀ ਹੈ ਆਪਸ਼ਨ ਹੋਊਗੀ ਤੁਸੀਂ ਉਹਨੂੰ ਟਿਕ ਕਰਨਾ ਹੈ ਸੋ ਬਾਹਰ ਬਾਰਿਸ਼ ਹੋ ਰਿਹਾ ਹਨ ਦਾ ਸਹੀ ਕੀ ਹੋਊਗਾ ਬਾਹਰ ਬਾਰਿਸ਼ ਹੋ ਰਹੀ ਹੈ ਸੋ ਨਾਲੇ ਤਾਂ ਇਹ ਸੈਂਟੈਂਸ ਸਟਰਕਚਰ ਹੋ ਗਿਆ ਨਾਲੇ ਇਹ ਐਰਰ ਡਿਟੈਕਸ਼ਨ ਹੋ ਗਿਆ ਸੋ ਇਸ ਤਰ੍ਹਾਂ ਦੇ ਨਾਲ ਤੁਹਾਨੂੰ ਇਹ ਟੌਪਿਕ ਆ ਸਕਦਾ ਹੈ ਮੋਸਟਲੀ ਐਰਰ ਡਿਟੈਕਸ਼ਨ ਦੇ ਵਿੱਚ ਅੰਡਰਲਾਈਨ ਕੀਤਾ ਹੁੰਦਾ ਹੈ ਵੀ ਇਹਦੀ ਜਗ੍ਹਾ ਤੇ ਕਿਹੜਾ ਸਹੀ ਆਪਸ਼ਨ ਦੇ ਵਿੱਚੋਂ ਵਰਡ ਆਊਗਾ
ਸੋ ਹੁਣ ਆਪਣਾ ਸਭ ਤੋਂ ਇੰਪੋਰਟੈਂਟ ਚੀਜ਼ ਆ ਗਈ ਵੋਕੈਬਲਰੀ ਦੀ। ਜਿਹੜੇ ਵੀ ਬੱਚੇ ਕੋਈ ਵੀ ਟੈਸਟ ਕਲੀਅਰ ਕਰਦੇ ਨੇ ਹਮੇਸ਼ਾ ਲੈਂਗੁਏਜ ਦੇ ਅੰਦਰ ਵੋਕੈਬਲਰੀ ਹੀ ਉਹਨਾਂ ਨੂੰ ਬਾਕੀਆਂ ਨਾਲੋਂ ਇੱਕ ਐਜ ਤੇ ਲੈ ਕੇ ਆਉਂਦੀ ਹੈ, ਜਿਹਦੇ ਵਿਰੋਧੀ ਸਮਾਨਾਰਥਕ ਠੀਕ ਹੋ ਜਾਂਦੇ ਨੇ। ਕਿਉਂਕਿ ਆਪਾਂ ਨੂੰ ਪਹਿਲਾਂ ਲੱਗਦਾ ਹੁੰਦਾ ਵੀ ਉੱਥੇ ਆਪਾਂ ਬਿਨਾਂ ਪੜ੍ਹੇ ਚਲੇ ਜਾਈਏ ਸ਼ਾਇਦ ਆ ਜਾਊਗਾ, ਪਰ ਐਗਜ਼ਾਮ ਦੇ ਵਿੱਚ ਆਪਣੀ ਜਿਹੜੀ ਮੈਂਟਲ ਸਟੇਟ ਇਹੋ ਜਿਹੀ ਹੁੰਦੀ ਆ ਕਿ ਆਪਾਂ ਇੱਕ ਛੋਟੇ ਜਿਹੇ ਵਿਰੋਧੀ ਸਮਾਨਾਰਥਕ ਵਿੱਚ ਵੀ ਕਨਫਿਊਜ਼ ਹੋ ਜਾਂਦੇ ਆ। ਸੋ ਇਸੇ ਕਨਫਿਊਜ਼ਨ ਨੂੰ ਦੂਰ ਕਰਨ ਦੇ ਲਈ ਜੇ ਆਪਾਂ ਸ਼ੋਰਿਟੀ ਚਾਹੁੰਦੇ ਆ ਵੀ ਸਾਨੂੰ ਦੇਖਣ ਸਾਰ ਆਨਸਰ ਆਉਂਦਾ ਹੋਵੇ, ਤਾਂ ਜਿਹੜੇ ਮੈਂ ਤੁਹਾਨੂੰ ਉਰੇ ਟੌਪ ਮੋਸਟ ਇੰਪੋਰਟੈਂਟ ਤੇ ਐਕਸਪੈਕਟਡ ਵੋਕੈਬਲਰੀ ਦੇ ਕੁਐਸਚਨਸ ਤੁਹਾਨੂੰ ਮੇਰੇ ਪੂਰੀ ਡਿਟੇਲ ਲੈ ਕੇ ਆਈ ਹਾਂ। ਸਿਨੋਨਿਮ ਦੀ ਲਿਸਟ ਹੈ, ਐਂਟੋਨਿਮ ਦੀ ਲਿਸਟ ਹੈ, ਵਨ ਵਰਡ ਸਬਸਟੀਟਿਊਟ ਦੀ ਲਿਸਟ ਹੈ। ਸੋ ਇਹ ਤੁਸੀਂ ਪੇਪਰ ਤੋਂ ਪਹਿਲਾਂ 3-4 ਵਾਰੀ ਘੱਟੋ ਘੱਟ ਪੜ੍ਹ ਕੇ ਜਾਣੇ ਨੇ ਤੇ ਇਹਨਾਂ ਦੇ ਵਿੱਚੋਂ ਇੱਕ ਵੀ ਮਿਸ ਨਹੀਂ ਕਰਨਾ। ਸੋ ਹੁਣ ਆਪਾਂ ਫਟਾਫਟ ਦੇਖਾਂਗੇ ਸਾਰੇ। ਪਹਿਲਾ ਹੈ ਉੱਗਾ। ਉੱਗੇ ਦਾ ਹੋਰ ਕੀ ਕੀ ਮਤਲਬ ਹੁੰਦਾ ਹੈ? ਉਜਾਗਰ, ਪ੍ਰਸਿੱਧ, ਮਸ਼ਹੂਰ, ਫੇਮਸ। ਉਸ ਤੋਂ ਬਾਅਦ ਹੈ ਉੱਤਮ, ਚੰਗਾ, ਵਧੀਆ, ਸ੍ਰੇਸ਼ਟ। ਫਿਰ ਹੈ ਉਤਾਵਲਾ, ਬੇਸਬਰਾ, ਤੇਜ਼, ਕਾਲਾ। ਉਦਮੀ, ਹਿੰਮਤੀ, ਸਰਗਰਮ, ਕਰਮਸ਼ੀਲ। ਉੱਨਤੀ, ਖੁਸ਼ਹਾਲੀ, ਤਰੱਕੀ, ਵਿਕਾਸ। ਉਪਰਾਲਾ, ਯਤਨ, ਹੀਲਾ, ਉਪਾਅ। ਉਲਟਾ, ਪੁੱਠਾ, ਵਿਰੁੱਧ, ਵਿਪਰੀਤ। असुर, राक्षस, दानव, निशाचर। एहसान, उपकार, कृपा, मेहरबानी। आकाश, अंबर, आसमान, गगन, नभ। अंधकार, हनेरा, तिमर, तम। अध्यापक, ਸਿੱਖਿਅਕ, ਸਿੱਖਿਆਰਥੀ। ਸੋ ਇਹਨਾਂ ਚੋਂ ਮੈਂ ਤੁਹਾਨੂੰ ਨਾਲ ਜਿਹੜੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਨੇ ਉਹ ਵੀ ਦੱਸੀ ਜਾਊਂਗੀ। ਸੋ ਇਹਦੇ ਚੋਂ ਜਿਵੇਂ ਤੁਸੀਂ ਉੱਗਾ ਤਿਆਰ ਕਰਨਾ ਹੈ, ਉਦਮੀ, ਉਲਟਾ, ਅਹਿਸਾਨ। ਨੈਕਸਟ ਹੈ ਅਨਾਦਰ, ਅਪਮਾਨ, ਤਿਰਸਕਾਰ, ਨਿਰਾਦਰ, ਅਵਹੇਲਨਾ। ਅਵਹੇਲਨਾ ਵਰਡ ਬਹੁਤ ਇੰਪੋਰਟੈਂਟ ਹੈ। ਨੈਕਸਟ ਹੈ ਅਫਸੋਸ, ਸ਼ੋਕ, ਰੰਜ, ਗਮ। ਅਪਾਗਾ, ਬਦਨਸੀਬ, ਬਦਕਿਸਮਤ, ਭਾਗਹੀਨ। ਅੰਮ੍ਰਿਤ, ਸੋਮ, ਸੁਦਾ, ਪਿਊਸ਼। ਅਰਸਾ, ਸਮਾਂ, ਚਿਰ, ਦੇਰ। ਆਪਾਂ ਕਹਿੰਦੇ ਆ ਕਿ ਕਈ ਅਰਸੇ ਹੋ ਗਏ ਆਪਾਂ ਮਿਲੇ ਨਹੀਂ, ਸੋ ਇਹ ਵੀ ਬਹੁਤ ਇੰਪੋਰਟੈਂਟ ਹੈ। ਨੈਕਸਟ ਹੈ ਆਹਰ, ਕੰਮ, ਧੰਦਾ, ਰੁਝੇਵਾਂ। ਆਚਰਣ, ਚਾਲ ਚਲਣ, ਆਚਾਰ, ਵਤੀਰਾ। ਆੜੀ, ਮਿੱਤਰ, ਦੋਸਤ, ਯਾਰ। ਔਕੜ, ਔਖ, ਵਿਪਤਾ, ਮੁਸ਼ਕਲ। ਏਕਤਾ, ਏਕਾ, ਮੇਲ, ਇਕੱਠ। ਸੰਸਾਰ, ਜਹਾਨ, ਵਿਸ਼ਵ, ਜਗਤ। ਇਹ ਬਹੁਤ ਵਾਰ ਐਗਜ਼ਾਮਸ ਦੇ ਵਿੱਚ ਪੁੱਛਿਆ ਜਾਂਦਾ ਹੈ। ਸੰਕੋਚ, ਸੰਗ, ਸ਼ਰਮ, ਝਿਜਕ। ਜਿਵੇਂ ਝਿਜਕ ਵਰਡ ਹੈ, ਇਹ ਕਈ ਵਾਰੀ ਐਰਰ ਡਿਟੈਕਸ਼ਨ ਦੇ ਵਿੱਚ ਵੀ ਆ ਜਾਂਦੇ ਨੇ, ਉੱਥੇ ਕੋਈ ਗਲਤ ਮਤਲਬ ਲਿਖਿਆ ਹੁੰਦਾ ਹੈ। ਸੋ ਤੁਸੀਂ ਜਦੋਂ ਇਹਨਾਂ ਨੂੰ ਤਿਆਰ ਕਰਨਾ ਹੈ, ਨਾਲ ਤੁਸੀਂ ਇਹਨਾਂ ਨੂੰ ਸਿਰਫ ਬੋਲ ਕੇ ਵੈਸੇ ਯਾਦ ਨਹੀਂ ਕਰਨਾ, ਵਿਦ ਸਪੈਲਿੰਗ ਯਾਦ ਕਰਨ ਦੀ ਕੋਸ਼ਿਸ਼ ਕਰੋ। ਉਸ ਤੋਂ ਬਾਅਦ ਹੈ ਸਖਤ, ਕਠੋਰ, ਮਜ਼ਬੂਤ, ਕਰੜਾ। ਸੰਝ, ਤਕਾਲਾ, ਆਥਣ, ਸ਼ਾਮ। ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਨੈਕਸਟ ਹੈ ਸਨੇਹੀ, ਮਿੱਤਰ, ਦੋਸਤ, ਮੇਲੀ, ਸਾਥੀ। ਸਬਕ, ਮਤ, ਸਿੱਖਿਆ, ਉਪਦੇਸ਼, ਪਾਠ। ਸਰਤਾਜ, ਮੁਕਤ, ਮੁਖੀਆ, ਪ੍ਰਧਾਨ। ਵੈਰੀ ਇੰਪੋਰਟੈਂਟ। ਸਾਰਾ, ਪੂਰਾ, ਸਮਸਤ, ਸਭ। ਸਿਆਣਾ, ਸਮਝਦਾਰ, ਸੁਜਾਨ, ਬੁੱਧੀਮਾਨ। ਸਿਫਤ ਬਹੁਤ ਇੰਪੋਰਟੈਂਟ ਹੈ, ਵਡਿਆਈ, ਗੁਣ, ਉਸਤਤ, ਸ਼ਲਾਘਾ। ਸਿਰਜਣਾ, ਰਚਨਾ, ਉਤਪੰਨ ਕਰਨਾ, ਬਣਾਉਣਾ। ਸਿਰਮੌਰ, ਵੈਰੀ ਵੈਰੀ ਇੰਪੋਰਟੈਂਟ। ਸਰਦਾਰ, ਮੋਰੀ, ਪ੍ਰਮੁੱਖ। ਸੁਗੜ, ਸਿਆਣਾ, ਹੁਸ਼ਿਆਰ। ਉਸ ਤੋਂ ਬਾਅਦ ਹੈ ਸੁਰਖ, ਲਾਲ, ਰੱਤਾ। ਫਿਰ ਹੈ ਸੁਰਜੀਤ, ਜਿਉਂਦਾ, ਜਿੰਦਾ, ਜੀਵਤ। ਇਹ ਬਹੁਤ ਜਾਣਿਆਂ ਦਾ ਨੇਮ ਵੀ ਹੁੰਦਾ ਆਪਣੇ ਪੰਜਾਬ ਦੇ ਵਿੱਚ, ਤੇ ਇਹ ਤੁਹਾਡੇ ਲਈ ਐਗਜ਼ਾਮ ਲਈ ਵੀ ਬਹੁਤ ਇੰਪੋਰਟੈਂਟ ਹੈ। ਸੂਰਜ, ਦਿਨਕਰ, ਰਵੀ, ਦਿਵਾਕਰ। ਹਕੂਮਤ, ਰਾਜ, ਸਲਤਨਤ, ਸ਼ਾਸਨ। ਹਾਨੀ, ਹਾਨੀ, ਘਾਟਾ, ਨੁਕਸਾਨ, ਖੋਣਾ। ਕਹਿਰ, ਕ੍ਰੋਧ, ਗੁੱਸਾ, ਕ੍ਰੋਧ। किरण, ज्योति, प्रभा, दीप्ति, रश्मि। कोमल, नर्म, नाजुक, कूड़ा। खुशी, प्रसन्नता, आनंद, सरूर। खेड़ा, आनंद, खुशी, प्रसन्नता। इन्हां नूं तुसीं इकट्ठे भी पढ़ सकते हो। गंगा, वेरी वेरी इंपॉर्टेंट। मंदाकिनी, भगीरथी, देवनदी। गणेश, विनायक, गणपति, गजानन। गुर, नियम, तरीके, ढंग। गुलजार, ये रीसेंट एक पेपर च आ चुकिया है। बाग, फुलवाड़ी, बगीचा। घर, आवास, सदन। चंचल, चतुर, चलाक। चंद, शशि, सोम। जद्दोजहद, कोशिश, उद्यम। जुल्म, अत्याचार, कहर। डुबकी, चुब्बी, टुब्बी, गोता। ढंग, कायदा, नेम, असूल, रीत, दस्तूर। सो ਇਹ ਰੀਤ ਆਇਆ ਸੀ, ਕਈ ਵਾਰੀ ਆਪਾਂ ਨੂੰ ਦੇਖ ਕੇ ਰੀਤ ਰਿਵਾਜ ਦੇ ਨਾਲ ਇਹਦਾ ਆਪਸ਼ਨ ਟਿਕ ਕਰਦੇ ਆ, ਪਰ ਜੇ ਤੁਹਾਨੂੰ ਉਰੇ ਰੀਤ ਦੇ ਵਿੱਚ ਇੰਨਾ ਚੋਂ ਕੋਈ ਆਪਸ਼ਨਸ ਨੇ ਤਾਂ ਤੁਸੀਂ ਇੰਨਾ ਨੂੰ ਹੀ ਟਿਕ ਕਰਨਾ ਹੈ। ਉਸ ਤੋਂ ਬਾਅਦ ਹੈ ਢਾਬ, ਕੱਚਾ ਤਲਾਅ, ਟੋਬਾ, ਪੋਖਰ। ਢਾਰਸ, ਦਿਲਾਸਾ, ਧੀਰਜ, ਤਸੱਲੀ। ਬਹੁਤ ਜ਼ਿਆਦਾ ਇੰਪੋਰਟੈਂਟ, ਬਾਰ-ਬਾਰ ਰਿਪੀਟ ਹੋਣ ਵਾਲਾ ਸਮਾਨਾਰਥਕ ਹੈ। ਤੁੱਛ, ਸਧਾਰਨ, ਮਾਮੂਲੀ, ਅਦਨਾ। ਤੋਹਫਾ, ਭੇਟ, ਨਜ਼ਰਾਨਾ, ਸੁਗਾਤ।
ਇਹਦੇ ਵਿੱਚੋਂ ਅਦਨਾ ਵਰਡ ਤੁਸੀਂ ਯਾਦ ਰੱਖਣਾ ਹੈ, ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਆਮ ਤੌਰ ਤੇ ਆਪਾਂ ਨੂੰ ਇਹ ਕਿਤਾਬਾਂ ਦੇ ਵਿੱਚ ਨਹੀਂ ਦੇਖਣ ਨੂੰ ਮਿਲਦੇ। ਫਿਰ ਹੈ ਥੋੜਾ ਘੱਟ ਅਲਪ ਨਕਾਫੀ, ਦਿਆਲ ਮਿਹਰਬਾਨ ਉਦਾਰ ਕਰੁਣ, ਦੁਹਾਈ ਪੁਕਾਰ ਫਰਿਆਦ ਚੀਕ ਚਹਾੜਾ। ਜਿਹੜੇ ਹੁਣੇ ਦੁੱਖ ਦੇ 8 ਦਿੱਤੇ ਹੋਏ ਨੇ ਸਮਾਨਾਰਥਕ, ਤੁਹਾਨੂੰ ਇਹ 8 ਦੇ 8 ਯਾਦ ਹੋਣੇ ਚਾਹੀਦੇ ਨੇ, ਕਿਉਂਕਿ ਬਹੁਤ ਜ਼ਿਆਦਾ ਕਾਮਨ ਹੈ। ਦੁੱਖ ਹੋ ਗਿਆ, ਸੁੱਖ, ਏਦਾਂ ਦੇ ਵਰਡ ਹੀ ਮੋਸਟਲੀ ਦੇਖਣ ਨੂੰ ਮਿਲਦੇ ਨੇ, ਪਰ ਉੱਥੇ ਆਪਸ਼ਨਾਂ ਬੜੀਆਂ ਹੀ ਜ਼ਿਆਦਾ ਕਨਫਿਊਜ਼ਿੰਗ ਹੁੰਦੀਆਂ ਨੇ। ਫਿਰ ਹੈ ਦੂਸ਼ਿਤ, ਮੈਲਾ, ਮਲੀਨ, ਦੋਸਤ, ਮਿੱਤਰ, द्वेष, ਦੁਸ਼ਮਣੀ, ਧਰਤੀ, ਪ੍ਰਿਥਵੀ, ਨਫਾ, ਲਾਭ, ਲਾਹਾ, ਨਾਰੀ, ਮਹਿਲਾ, ਇਸਤਰੀ, ਨਿਰਾਲਾ, ਵੱਖਰਾ, ਵਿਲੱਖਣ, ਨੀਰ, ਪਾਣੀ, ਜਲ, ਪਸਾਰ, ਫੈਲਾ, ਵਿਸਥਾਰ। ਪੰਗੂੜਾ, ਛੋਟਾ ਮੰਜਾ, ਝੂਲਾ, ਪਾਲਣਾ, ਬਹੁਤ ਇੰਪੋਰਟੈਂਟ ਹੈ। ਪੰਛੀ, ਨਪਚਰ, ਪਖੇਰੂ, ਪਰਿੰਦਾ। ਪਵਿੱਤਰ, ਸ਼ੁੱਧ, ਸੁੱਚਾ, ਨਿਰਮਲ। ਪਿਤਾ, ਬਾਪ, ਬਾਬਾ, ਬਾਪੂ, ਪਿਓ। ਪੁੱਤਰ, ਬੇਟਾ, ਕੁਮਾਰ, ਨੰਦਨ। ਇਹ ਆਮ ਤੌਰ ਤੇ ਜਿਹੜੇ ਆਪਾਂ ਵਰਤਦੇ ਹਾਂ ਆਪਣੀ ਆਮ ਬੋਲੀ ਦੇ ਵਿੱਚ, ਉਹ ਵਰਡਸ ਨਹੀਂ ਹੈਗੇ, ਸੋ ਨੰਦਨ ਇਹ ਤੁਸੀਂ ਯਾਦ ਰੱਖਣਾ ਹੈ। ਪੁਰਖ, ਮਾਨਵ, ਨਰ, ਆਦਮੀ। ਪੈਂਡਾ, ਫਾਸਲਾ, ਦੂਰੀ, ਵਿੱਥ, ਰਸਤਾ। ਸੋ ਇਹ ਵਿੱਥ ਵਰਡ ਕਾਫੀ ਇੰਪੋਰਟੈਂਟ ਹੈ। ਪ੍ਰਪੰਚ, ਅਡੰਬਰ, ਢੋਂਗ, ਛਲ, ਕਪਟ, ਧੋਖਾ, ਬਹੁਤ ਹੀ ਜ਼ਿਆਦਾ ਇੰਪੋਰਟੈਂਟ। ਪਰਮਾਤਮਾ, ਰੱਬ, ਖੁਦਾ, ਪ੍ਰਭੂ। ਬਹਾਦਰ, ਦਲੇਰ, ਵੀਰ, ਯੋਧਾ। ਬੇਗਾਨਾ, ਓਪਰਾ, ਗੈਰ, ਪਰਾਇਆ। ਭੁੱਲ, ਗਲਤੀ, ਕੋਤਾਹੀ, ਚੁੱਕ। ਕੋਤਾਹੀ ਵਰਡ ਕਾਫੀ ਇੰਪੋਰਟੈਂਟ ਹੈ। ਮਕਸਦ, ਉਦੇਸ਼, ਮੰਤਵ, ਟੀਚਾ। ਮਟਕ, ਮਜਾਜ, ਨਖਰਾ, ਨਜਾਕਤ। ਮਨੋਰਥ, ਮੰਤਵ, ਇਰਾਦਾ, ਇੱਛਾ। ਮਾਂ, ਮਾਤਾ, ਜਨਨੀ, ਅੰਮੀ। ਮੂਰਖ, ਮੰਦਬੁੱਧੀ, ਬੁੱਧੀਹੀਨ, ਨਾਸਮਝ। ਮੋਹ, ਪਿਆਰ, ਲਗਾ, ਸਨੇਹ। ਰੁੱਖ, ਦਰਖਤ, ਪੇੜ, ਬ੍ਰਿਛ। ਇੱਕ ਰੀਸੈਂਟ ਕੁਐਸਚਨ ਆਇਆ ਸੀਗਾ ਐਗਜ਼ਾਮ ਦੇ ਵਿੱਚ। ਰੋਸ, ਗੁੱਸਾ, ਨਾਰਾਜ਼ਗੀ, ਵਿਰੋਧ। ਲੋਭ, ਲਾਲਚ, ਇੱਛਾ, ਹਿਰਸ। ਸੋ ਹਿਰਸ ਵਰਡ ਇੰਪੋਰਟੈਂਟ ਹੈ। ਵਸੋਂ, ਬਸਤੀ, ਰਿਹਾਇਸ਼, ਡੇਰਾ। ਵਚਨ, ਵਾਅਦਾ, ਇਕਰਾਰ, ਪ੍ਰਣ। ਵਰਤਾ, ਵਤੀਰਾ, ਵਿਹਾਰ, ਸਲੂਕ, ਬਿਹੇਵੀਅਰ ਬੇਸਿਕਲੀ। ਵਾਤਾਵਰਣ, ਇਨਵਾਇਰਮੈਂਟ। ਆਲਾ ਦੁਆਲਾ, ਮਾਹੌਲ। ਚੁਗਿਰਦਾ ਵਰਡ ਇਹਦੇ ਲਈ ਨਵਾਂ ਹੈ, ਸੋ ਇਹ ਤੁਸੀਂ ਯਾਦ ਰੱਖਣਾ ਹੈ। ਵੇਸ, ਜਿਹੜੇ ਵੀ ਆਪਣਾ ਪਹਿਨਾਵਾ ਹੁੰਦਾ ਹੈ, ਸੋ ਪਹਿਰਾਵਾ, ਲਿਬਾਸ, ਪੁਸ਼ਾਕ। ਹੁਣ ਆ ਗਏ ਆਪਣੇ ਵਿਰੋਧੀ। ਸੋ ਪਿੱਛੇ ਜੋ ਵੀ ਮੈਂ ਤੁਹਾਡੇ ਨਾਲ ਸਮਾਨਾਰਥਕ ਸ਼ਬਦ ਡਿਸਕਸ ਕੀਤੇ ਨੇ, ਤੇ ਸਪੈਸ਼ਲੀ ਉਹਨਾਂ ਦੇ ਵਿੱਚੋਂ ਜਿਹੜੇ ਆਮ ਤੌਰ ਦੀ ਆਪਣੀ ਬੋਲਚਾਲ ਵਾਲੀ ਭਾਸ਼ਾ 'ਚ ਨਹੀਂ ਵਰਤੇ ਜਾਂਦੇ, ਉਹ ਵਰਡਸ ਤਾਂ ਤੁਸੀਂ ਸਪੈਸ਼ਲੀ ਚਾਹੇ ਲਿਖ ਕੇ ਯਾਦ ਕਰੋ, ਚਾਹੇ ਉਹਨਾਂ ਨੂੰ ਬਾਰ-ਬਾਰ ਪੜ੍ਹ ਕੇ ਯਾਦ ਕਰੋ, ਤੁਹਾਨੂੰ ਉਹ 100% ਯਾਦ ਹੋਣੇ ਚਾਹੀਦੇ ਨੇ। ਹੁਣ ਆ ਗਏ ਵਿਰੋਧੀ ਐਂਟੋਨਿਮ। ਸੋ ਹੁਣ ਆਪਾਂ ਫਟਾਫਟ ਇਹਨਾਂ ਨੂੰ ਵੀ ਦੇਖ ਲੈਂਦੇ ਹਾਂ। ਉੱਚਾ ਨੀਵਾਂ, ਅਗਾੜੀ ਪਿਛਾੜੀ, ਅਗੇਤਰ ਪਿਛੇਤਰ, ਆਉਣਾ ਜਾਣਾ, ਆਦਰ ਨਿਰਾਦਰ, ਆਪਣਾ ਪਰਾਇਆ, ਆਮ ਖਾਸ, ਸਸਤਾ ਮਹਿੰਗਾ, ਸ਼ਹਿਰੀ ਪੇਂਡੂ, ਸੁਚੱਜਾ ਕੁਚੱਜਾ, ਬਹੁਤ ਵਾਰੀ ਆਉਂਦਾ ਹੈ। ਸੁਤੰਤਰ ਪਰਤੰਤਰ, ਸ਼ੁੱਧ ਅਸ਼ੁੱਧ, ਹੱਸਣਾ ਰੋਣਾ, ਹਲਾਲ ਹਰਾਮ, ਹਾਜ਼ਰ ਗੈਰ ਹਾਜ਼ਰ। ਸਕਾ ਮਤਰੇਆ, ਸੋ ਸਪੈਲਿੰਗ ਉਰੇ ਗਲਤ ਹੈ। ਸਖੀ, ਸੂਮ, ਸੰਖੇਪ, ਵਿਸਥਾਰ, ਸੱਜਰਾ, ਬੇਹਾ, ਸਥਿਰ ਅਸਥਿਰ, ਸਫਲਤਾ ਅਸਫਲਤਾ, ਸ਼ਰਮੀਲਾ ਬੇਸ਼ਰਮ, ਸਵਰਗ ਨਰਕ, ਸਧਾਰਨ ਵਿਸ਼ੇਸ਼, ਸੁਆਦੀ ਬੇਸੁਆਦੀ, ਸੁਹਾਗਣ ਵਿਧਵਾ। ਇਹ ਵੀ ਕਾਫੀ ਵਾਰੀ ਐਗਜ਼ਾਮਸ ਦੇ ਵਿੱਚ ਆਉਂਦਾ ਹੈ। ਉਸ ਤੋਂ ਬਾਅਦ ਹੈ ਹਾਨੀ ਲਾਭ, ਹਾਰ ਜਿੱਤ, ਹਾੜੀ ਸੌਣੀ, ਹਿੰਸਾ ਅਹਿੰਸਾ, ਹੇਠਾਂ ਉੱਪਰ, ਹੌਲੀ ਹੌਲਾ ਭਾਰੀ, ਕਾਰੀਗਰ ਅਨਾੜੀ, ਬਹੁਤ ਇੰਪੋਰਟੈਂਟ, ਕਾਫੀ ਵਾਰੀ ਰਿਪੀਟ ਹੁੰਦਾ ਹੈ। ਕਾਲਾ ਗੋਰਾ, ਕੁਆਰੀ ਵਿਆਹੀ, ਕੁਚਾਲ ਸੁਚਾਲ, ਕੁਬੁੱਧ ਸੁਬੁੱਧ, ਕੋਰਾ ਧੋਤਾ। ਐਗਜ਼ਾਮੀਨਰਸ ਦਾ ਵਨ ਆਫ ਦਾ ਫੇਵਰਿਟ ਵਿਰੋਧੀ ਸ਼ਬਦ ਹੈ। ਹੌਲੀ ਛੇਤੀ, ਕੱਸਿਆ ਢਿੱਲਾ, ਕੱਚਾ ਪੱਕਾ, ਕਠੋਰ ਨਰਮ, ਕਪੁੱਤਰ ਸਪੁੱਤਰ, ਕਮੀਨਾ ਸਾਊ, ਕਾਨੂੰਨੀ ਗੈਰ ਕਾਨੂੰਨੀ। ਖਚਰਾ ਭੋਲਾ, ਖਰਾ ਖੋਟਾ, ਖਰੀਦਣਾ ਵੇਚਣਾ, ਖਾਲੀ ਭਰਿਆ, ਖਿਲਾਰਨਾ ਸਮੇਟਣਾ। ਇਹ ਵੀ ਬਹੁਤ ਇੰਪੋਰਟੈਂਟ ਹੈ। ਉਸ ਤੋਂ ਬਾਅਦ ਹੈ ਖੁਸ਼ੀ ਗਮੀ, ਖੁੱਲਣਾ ਬਚਣਾ, ਖੁੱਲਾ ਤੰਗ, ਗਰਮੀ ਸਰਦੀ, ਗਿੱਲਾ ਸੁੱਕਾ, ਚੰਗਾ ਮੰਦਾ। ਗੁਣ ਔਗਣ, ਗੁਰਾ ਨਿਗੁਰਾ, ਗੁਰੂ ਚੇਲਾ, ਗੁਲਾਮੀ ਆਜ਼ਾਦੀ, ਗੂੜਾ ਫਿੱਕਾ, ਘਟੀਆ ਵਧੀਆ, ਘਰੇਲੂ ਬਜ਼ਾਰੀ, ਘਾਟਾ ਵਾਧਾ। ਚਲਾਕ ਸਿੱਧਾ, ਚੜਦਾ ਲਹਿੰਦਾ, ਚੜਾਈ ਉਤਰਾਈ, ਚਾਲ ਕੁਚਾਲ, ਚੁੱਕਣਾ ਰੱਖਣਾ, ਚੋਪੜੀ ਰੁੱਖੀ, ਬਹੁਤ ਇੰਪੋਰਟੈਂਟ। ਛੋ ਅਛੋ, ਛੋਟਾ ਵੱਡਾ, ਜਸ ਅਪਜਸ, ਇਹ ਵੀ ਕਾਫੀ ਵਾਰੀ ਐਗਜ਼ਾਮਸ 'ਚ ਆਉਂਦਾ। ਜਨਮ ਮਰਨ, ਜਿੱਤ ਹਾਰ, ਜੋੜਾ ਇਕੱਲਾ। ਝੱਲਾ ਸਿਆਣਾ, ਟਿੱਬਾ ਟੋਆ, ਟੁੱਟਾ ਸਾਬਤ, ਟੁਰਨਾ ਖਲੋਣਾ, ਠੰਡਾ ਗਰਮ, ਡਰਾਕਲ ਦਲੇਰ, ਤੇਜ਼ਾਬ ਸ਼ੋਰਾ, ਬਹੁਤ ਇੰਪੋਰਟੈਂਟ।
ਧਰਤੀ ਆਕਾਸ਼, ਧਾਤ ਅਧਾਤ, ਧਿਆਨ ਬੇਧਿਆਨ। ਧੁੱਪ ਛਾਂ, ਨਕਲ ਅਸਲ, ਨਿਕਟਤਾ ਦੂਰੀ ਬਹੁਤ ਇੰਪੋਰਟੈਂਟ ਹੈ। ਪੱਕਾ ਕੱਚਾ, ਫੜਨਾ ਛੱਡਣਾ, ਬਹੁਤਾ ਥੋੜਾ, ਬਲਵਾਨ ਬਲਹੀਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ। ਬੈਠਣਾ ਖੜਨਾ, ਮਿੱਠਾ ਖੱਟਾ, ਮਿੱਤਰ ਦੁਸ਼ਮਣ, ਮੋਟਾ ਪਤਲਾ, ਰੋਗੀ ਨਿਰੋਗੀ, ਵੱਧ ਘੱਟ। ਹੁਣ ਆਪਾਂ ਨੇ ਵਿਰੋਧੀ ਵੀ ਦੇਖ ਲਏ, ਇਹ ਤੁਸੀਂ ਐਜ਼ ਇਟ ਇਜ਼ ਲਰਨ ਕਰਕੇ ਜਾਣੇ ਨੇ। ਹੁਣ ਆ ਗਏ ਵਨ ਵਰਡ ਸਬਸਟੀਚਿਊਟ, ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ। ਇਹਨਾਂ ਵਿੱਚ ਸਟੂਡੈਂਟਸ ਨੂੰ ਸਭ ਤੋਂ ਜ਼ਿਆਦਾ ਦਿੱਕਤ ਆਉਂਦੀ ਹੈ ਐਗਜ਼ਾਮ ਦੇ ਵਿੱਚ, ਕਿਉਂਕਿ ਐਗਜ਼ਾਮ ਦੇ ਵਿੱਚ ਸੋਚਣ ਦਾ ਟਾਈਮ ਨਹੀਂ ਹੁੰਦਾ। ਤੁਹਾਨੂੰ ਕੁਐਸਚਨ ਦੇਖਣ ਸਾਰ ਆਨਸਰ ਆਉਣਾ ਚਾਹੀਦਾ ਹੈ, ਸਪੈਸ਼ਲੀ ਉਹ ਚੀਜ਼ਾਂ ਦਾ ਜਿਨ੍ਹਾਂ ਦੀ ਆਪਾਂ ਤਿਆਰੀ ਕਰ ਸਕਦੇ ਹਾਂ। ਇਹਨਾਂ ਦੀ ਤਿਆਰੀ ਆਪਣੇ ਹੱਥ ਵਿੱਚ ਹੈ। ਸੋ ਤੁਸੀਂ ਜੋ ਵੀ ਹੁਣ ਮੈਂ ਤੁਹਾਡੇ ਨਾਲ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਡਿਸਕਸ ਕਰਨ ਜਾ ਰਹੀ ਹਾਂ, ਇਹਨਾਂ ਨੂੰ ਟਰਾਈ ਕਰਨਾ ਹੈ, ਜਿੰਨੇ ਜ਼ਿਆਦਾ ਤੋਂ ਜ਼ਿਆਦਾ ਹੋ ਸਕਣ ਤੁਸੀਂ ਯਾਦ ਕਰਕੇ ਜਾਓ। ਸੋ ਫਰਸਟ ਹੈ, ਜੋ ਰੱਬ 'ਚ ਵਿਸ਼ਵਾਸ ਰੱਖਦਾ ਹੋਵੇ ਆਸਤਕ, ਜੋ ਵਿਸ਼ਵਾਸ ਨਾ ਰੱਖੇ ਨਾਸਤਕ। ਹੋਰਾਂ ਦੀ ਵੇਖਾ ਵੇਖੀ, ਕੰਮ ਦੀ ਆਦਤ, ਭੇਡ ਚਾਲ, ਲਾਈ ਲੱਗ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਜਿਹੜੀ ਚੀਜ਼ ਪੂਰਨ ਨਾ ਹੋਵੇ ਅਪੂਰਨ। ਲਗਾਤਾਰ ਕੀਤਾ ਜਾਣ ਵਾਲਾ ਪਾਠ ਅਖੰਡ ਪਾਠ। ਬਿਨਾਂ ਸਮੇਂ ਦੀ ਸੀਮਾ ਵਿੱਚ ਕੀਤਾ ਜਾਣ ਵਾਲਾ ਪਾਠ ਖੁੱਲਾ ਪਾਠ। ਜਿਸ ਨੂੰ ਕਦੇ ਮਿਟਾਇਆ ਨਾ ਜਾ ਸਕੇ ਅਮਿਟ। ਜਿਹਨੂੰ ਜਿਹੜਾ ਪੜ੍ਹਿਆ ਨਾ ਹੋਵੇ ਅਨਪੜ੍ਹ। ਜਿਹਨੂੰ ਸਾਰੇ ਪਿਆਰ ਕਰਦੇ ਹੋਣ ਹਰਮਨ ਪਿਆਰਾ। ਜਿਸ ਭਾਂਡੇ ਵਿੱਚ ਦੁੱਧ ਜਮਾਇਆ ਜਾਂਦਾ ਹੈ ਚਾਟੀ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਵਧੇਰੇ ਗੱਲਾਂ ਕਰਨ ਵਾਲਾ ਗਾਲੜੀ। ਜਿਸ ਥਾਂ ਯਤੀਮ ਬੱਚੇ ਰਹਿੰਦੇ ਨੇ ਯਤੀਮਖਾਨਾ। ਜਿਸ ਥਾਂ ਬਹੁਤ ਰੌਣਕ ਰਹਿੰਦੀ ਹੋਵੇ ਰਮਣੀਕ। ਤੁਸੀਂ ਇਹ ਯਾਦ ਰੱਖਣਾ ਹੈ ਰਮਣੀਕ। ਜਿਨ੍ਹਾਂ ਦੇ ਨਾਂ ਇੱਕੋ ਜਿਹੇ ਹੋਣ ਸਰਨਾਮੀਏ, ਬਹੁਤ ਜ਼ਿਆਦਾ ਇੰਪੋਰਟੈਂਟ। ਜੋ ਸਾਰੀ ਦੁਨੀਆ ਨਾਲੋਂ ਸੰਬੰਧ ਤੋੜ ਲਵੇ ਤਿਆਗੀ। ਜਿਸ ਵਿੱਚ ਬਹੁਤ ਗੁਣ ਹੋਣ ਗੁਣਕਾਰੀ। ਜਿਹਦੇ 'ਚ ਸਾਰੀਆਂ ਸ਼ਕਤੀਆਂ ਹੋਣ ਸਰਵ ਸ਼ਕਤੀਮਾਨ। ਕਿਤਾਬਾਂ ਦੀ ਸੂਚੀ ਸੂਚੀ ਪੱਤਰ ਪੁਸਤਕ। ਜੋ ਕਿਸੇ ਦੀ ਕੀਤੀ ਨੇਕੀ ਨਾ ਜਾਣੇ ਅਕ੍ਰਿਤਕਣ, ਬਹੁਤ ਜ਼ਿਆਦਾ ਇੰਪੋਰਟੈਂਟ। ਬਹੁਤ ਝਗੜਾ ਕਰਨ ਵਾਲਾ ਝਗੜਾਲੂ। ਪਿੰਡ ਦੀ ਸਾਂਝੀ ਜ਼ਮੀਨ ਸ਼ਾਮਲਾਟ। ਨੀਂਦ ਪੂਰੀ ਨਾ ਹੋਣਾ ਉਨੀਂਦਰਾ। ਹੱਥੀਂ ਮਿਹਨਤ ਕਰਕੇ ਗੁਜ਼ਾਰਾ ਕਰਨ ਵਾਲਾ ਕਿਰਤੀ। ਮਿੱਟੀ ਦੇ ਭਾਂਡੇ ਬਣਾਉਣ ਵਾਲਾ ਘੁਮਿਆਰ। ਜੋ ਖੇਡਾਂ 'ਚ ਭਾਗ ਲੈਂਦਾ ਹੋਵੇ ਖਿਡਾਰੀ। ਨਾਵਲ ਲਿਖਣ ਵਾਲਾ ਨਾਵਲਕਾਰ। ਕੱਪੜੇ ਵੇਚਣ ਵਾਲਾ, ਬਹੁਤ ਜ਼ਿਆਦਾ ਇੰਪੋਰਟੈਂਟ, ਬਜਾਜ। ਜੋ ਵਿਅਕਤੀ ਚੋਰੀ ਖਬਰਾਂ ਦੂਸਰੇ ਦੇਸ਼ਾਂ ਨੂੰ ਭੇਜਦਾ ਹੋਵੇ ਜਸੂਸ। ਭਵਿੱਖ ਦੀਆਂ ਗੱਲਾਂ ਕਰਨ ਵਾਲਾ ਜੋਤਸ਼ੀ। ਲੋਹੇ ਦਾ ਕੰਮ ਕਰਨ ਵਾਲਾ ਲੁਹਾਰ। ਲੱਕੜ ਦਾ ਕੰਮ ਕਰਨ ਵਾਲਾ ਤਰਖਾਣ। ਧਾਤ ਪਿੱਤਲ ਤੋਂ ਭਾਂਡੇ ਬਣਾਉਂਦਾ ਹੋਵੇ ਠਠਿਆਰਾ, ਕਾਫੀ ਇੰਪੋਰਟੈਂਟ ਹੈ। ਬੂਟਿਆਂ ਦੀ ਦੇਖਭਾਲ ਕਰਨ ਵਾਲਾ ਮਾਲੀ। ਚੂੜੀਆਂ ਵੇਚਣ ਵਾਲਾ ਵਣਜਾਰਾ। ਜਿੱਥੇ ਸਾਰੇ ਜਾਨਵਰ ਪੰਛੀ ਰੱਖੇ ਜਾਂਦੇ ਨੇ ਚਿੜੀਆਘਰ। ਫਿਰ ਹੈ ਨੈਕਸਟ 36, ਕਿਸੇ ਦੀ ਆਪ ਆਪਣੀ ਲਿਖੀ ਜੀਵਨੀ ਸਵੈ ਜੀਵਨੀ। ਕਿਸੇ ਹੋਰ ਵੱਲੋਂ ਕਿਸੇ ਦੀ ਲਿਖੀ ਜੀਵਨੀ ਜੀਵਨੀ। ਜਿਸ ਥਾਂ ਮੁਰਦੇ ਸਾੜੇ ਜਾਂਦੇ ਹਨ ਸਿਵੇ ਸ਼ਮਸ਼ਾਨ ਘਾਟ। ਜਿਸ ਜ਼ਮੀਨ ਨੂੰ ਨਹਿਰ ਦਾ ਪਾਣੀ ਲੱਗਦਾ ਹੋਵੇ ਨਹਿਰੀ। ਦੂਸਰਿਆਂ ਦੇ ਦਿਲਾਂ ਦੀਆਂ ਜਾਣਨ ਵਾਲਾ ਅੰਤਰਜਾਮੀ। ਜਿਸ ਜ਼ਮੀਨ ਤੇ ਕੋਈ ਫਸਲ ਨਾ ਉੱਗੇ ਬੰਜਰ। ਜਿੱਥੇ ਤੇ ਬਹੁਤ ਫਸਲਾਂ ਹੋਣ ਉਪਜਾਊ। ਮਾਸ ਖਾਣ ਵਾਲਾ ਮਾਸਾਹਾਰੀ। ਮਾਸ ਨਾ ਖਾਣ ਵਾਲਾ ਸ਼ਾਕਾਹਾਰੀ। ਜਿਹੜਾ ਵਿਅਕਤੀ ਭਰੋਸਾ ਤੋੜ ਦੇਵੇ ਵਿਸ਼ਵਾਸਘਾਤੀ। ਨਿਯਮ ਕੀਮਤ ਤੋਂ ਵੱਧ ਮੁੱਲ ਤੇ ਵਸਤਾਂ ਵੇਚਣ ਦਾ ਕੰਮ ਕਰੇ ਚੋਰ ਬਜ਼ਾਰੀ, ਬਲੈਕ ਮਾਰਕੀਟਿੰਗ। ਪਹਿਲਵਾਨਾਂ ਦਾ ਘੋਲ, ਬਹੁਤ ਹੀ ਜ਼ਿਆਦਾ ਇੰਪੋਰਟੈਂਟ, ਛਿੰਝ। ਪਹਿਲਵਾਨਾਂ ਦੇ ਕੁੱਲਣ, ਉਰੇ ਵਰਡ ਗਲਤ ਲਿਖਿਆ ਹੋਇਆ, ਕੁੱਲਣ ਦੀ ਥਾਂ ਅਖਾੜਾ। ਆਪਣੀ ਮਰਜ਼ੀ ਕਰਨ ਵਾਲਾ ਆਪ ਖੁਦਰਾ, ਕਾਫੀ ਇੰਪੋਰਟੈਂਟ ਹੈ। ਜਿਸ ਥਾਂ ਤੇ ਲੜਾਈ ਹੋਵੇ ਮੈਦਾਨੇ ਜੰਗ। ਚਰਖਾ ਕੱਤਦੀਆਂ ਕੁੜੀਆਂ ਦਾ ਇਕੱਠ ਤ੍ਰਿੰਜਣ। ਜਿਸ ਰੰਗ ਉੱਪਰ ਮੈਲ ਘੱਟ ਨਜ਼ਰ ਆਵੇ ਮੈਲਖੋਰਾ। ਜੋ ਚੰਗੇ ਕੰਮ ਕਰਦਾ ਹੋਵੇ ਸਦਾਚਾਰੀ, ਇਹ ਵੀ ਬਹੁਤ ਇੰਪੋਰਟੈਂਟ ਹੈ। ਜਿਸ ਦੀ ਸਿਹਤ ਬਹੁਤ ਵਧੀਆ ਹੋਵੇ ਸਿਹਤਮੰਦ। ਜਿਹੜਾ ਸ਼ਰਾਰਤਾਂ ਕਰਦਾ ਹੋਵੇ ਸ਼ਰਾਰਤੀ। ਚਾਰ ਪੈਰਾਂ ਦਾ ਜਾਨਵਰ ਚੁਪਾਇਆ। ਦੂਸਰਿਆਂ ਦਾ ਭਲਾ ਕਰਨ ਵਾਲਾ ਪਰ ਉਪਕਾਰੀ, ਬਹੁਤ ਵਾਰੀ ਐਗਜ਼ਾਮਸ 'ਚ ਆਉਂਦਾ। ਜਿਸ ਦੇ ਆਲੇ ਦੁਆਲੇ ਦੀਆਂ ਘਟਨਾਵਾਂ ਦਾ ਕੋਈ ਅਸਰ ਨਾ ਹੋਵੇ ਲਾਪਰਵਾਹ। ਜਿਸ ਗੀਤ ਨੂੰ ਇੱਕ ਤੋਂ ਵੱਧ ਜਾਣੇ ਮਿਲ ਕੇ ਗਾਉਣ ਸਹਿਗਾਨ ਸਮੂਹ ਗਾਣ। ਜਿਹਨੂੰ ਕੋਈ ਜਿੱਤ ਨਾ ਸਕੇ ਅਜਿੱਤ। ਜੋ ਆਗਿਆ ਦਾ ਪਾਲਣ ਕਰੇ ਆਗਿਆਕਾਰੀ। ਜਿਹੜਾ ਕੰਮ ਬਿਨਾਂ ਪੈਸੇ ਦਿੱਤਿਆਂ ਜਬਰੀ ਕਰਵਾਇਆ ਜਾਵੇ ਵਗਾਰ, ਬਹੁਤ ਇੰਪੋਰਟੈਂਟ ਹੈ। ਜਿਹਦਾ ਪਤੀ ਮਰ ਚੁੱਕਿਆ ਹੋਵੇ ਵਿਧਵਾ। ਪਤੀ ਜ਼ਿੰਦਾ ਹੋਵੇ ਸੁਹਾਗਣ। ਜਿਹੜੀ ਘਟਨਾ ਆਪਣੇ ਆਪ ਨਾਲ ਬੀਤੀ ਹੋਵੇ ਹੱਡ ਬੀਤੀ। ਕੰਮ ਤੋਂ ਕੰਨੀ ਕਤਰਾਵੇ ਕਾਮਚੋਰ। ਘੋੜੇ ਬੰਨਣ ਵਾਲੀ ਥਾਂ ਤਬੇਲਾ। ਜਾਇਦਾਦ ਸੰਬੰਧੀ ਲਿਖਤ ਵਸੀਅਤ, ਬਹੁਤ ਇੰਪੋਰਟੈਂਟ ਹੈ। ਜਿੱਥੇ ਇੱਟਾਂ ਪੱਕਦੀਆਂ ਨੇ ਭੱਠਾ।
ਜੋ ਸਭ ਨਾਲ ਮਿਲਾਪ ਰੱਖਦਾ ਹੋਵੇ ਮਿਲਾਪੜਾ, ਦੂਸਰਿਆਂ ਨਾਲ ਧੋਖਾ ਕਰਨ ਵਾਲਾ ਠੱਗ, ਜਿਹਦੇ ਨੂੰ ਜ਼ਿਆਦਾ ਗੁੱਸਾ ਆਉਂਦਾ ਹੋਵੇ ਗੁੱਸੇਖੋਰ, ਜਿਹੜੇ ਸਮੇਂ ਬਹੁਤ ਘੱਟ ਮੀਂਹ ਪਵੇ ਔੜ, ਕਾਫੀ ਇੰਪੋਰਟੈਂਟ ਹੈ, ਜਿਸਨੇ ਜਨਮ ਦਿੱਤਾ ਹੋਵੇ ਜਨਮਦਾਤੀ, ਜੋ ਦੇਸ਼ ਦੇ ਕਾਨੂੰਨ ਨਾ ਮੰਨਦਾ ਹੋਵੇ ਬਾਗੀ ਆਕੀ, ਬਹੁਤ ਇੰਪੋਰਟੈਂਟ। ਤੇ ਨੈਕਸਟ ਆਲਰੇਡੀ ਇੱਕ ਸਟੇਟ ਲੈਵਲ ਪਬਲਿਕ ਸਰਵਿਸ ਕਮਿਸ਼ਨ ਦੇ ਐਗਜ਼ਾਮ ਵਿੱਚ ਆ ਚੁੱਕਿਆ ਹੈ ਕੁਐਸਚਨ, ਪੇਟ ਦਾ ਛੋਟਾ ਬੱਚਾ ਲੇਲਾ, ਸੋ ਇਹ ਤੁਸੀਂ ਯਾਦ ਰੱਖਣਾ ਹੈ। ਨੈਕਸਟ ਜਿਹੜੇ ਦੋ ਨੇ ਇਹ ਤੁਹਾਨੂੰ ਪੰਜਾਬੀ ਕਲਚਰ ਵਾਲਾ ਜਿਹੜਾ ਟੌਪਿਕ ਹੈ ਆਰਟ ਐਂਡ ਕਲਚਰ ਉਹਦੇ ਅੰਦਰ ਵੀ ਆ ਸਕਦੇ ਨੇ, ਸੋ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਵਿਆਹ ਸਮੇਂ ਕੁੜੀ ਦੇ ਘਰ ਗਾਏ ਜਾਣ ਵਾਲੇ ਗੀਤ ਸੁਹਾਗ ਤੇ ਮੁੰਡੇ ਦੇ ਘੋੜੀਆਂ, ਜਿਸ ਦਾ ਹਜੇ ਵਿਆਹ ਨਾ ਹੋਵੇ ਕੁਆਰਾ, ਬੰਦੂਕ ਦੀਆਂ ਦੋ ਨਾਲੀਆਂ ਹੋਣ ਦੁਨਾਲੀ, ਜਿਸ ਨੂੰ ਮਾਰ ਮੁਕਾਉਣ ਵਾਲਾ ਕਿਸੇ ਨੂੰ ਕਾਤਲ, ਪਤੀ ਦੀ ਦੂਸਰੀ ਪਤਨੀ ਸੌਂਕਣ, ਜਿੱਥੇ ਦਾਣੇ ਭੁੰਨੇ ਜਾਂਦੇ ਹਨ ਭੱਠੀ, ਜਿਸ ਥਾਂ ਤੇ ਸਵੇਰੇ ਸਬਜ਼ੀ ਦੀ ਬੋਲੀ ਹੁੰਦੀ ਹੈ ਸਬਜ਼ੀ ਮੰਡੀ, ਜਿਹੜਾ ਵਿਅਕਤੀ ਦਿਹਾੜੀ ਦਾ ਹਿਸਾਬ ਕੰਮ ਕਰੇ ਦਿਹਾੜੀਦਾਰ, ਜਿਹੜੀ ਅਖਬਾਰ ਰੋਜ਼ ਛਪਦੀ ਹੋਵੇ ਰੋਜ਼ਾਨਾ, ਜਿਹੜੇ ਜਾਨਵਰ ਘਰ ਰੱਖੇ ਜਾਂਦੇ ਨੇ ਪਾਲਤੂ, ਇਕੱਠੇ ਉੱਡਦੇ ਪੰਛੀ ਡਾਰ, ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਪਸ਼ੂਆਂ ਦਾ ਇਕੱਠ ਵਗ ਇੱਜੜ, ਕਾਫੀ ਵਾਰੀ ਐਗਜ਼ਾਮਸ ਦੇ ਵਿੱਚ ਰਿਪੀਟ ਹੁੰਦਾ ਹੈ, ਸੋ ਡਾਰ ਤੇ ਵਗ ਇੱਜੜ ਇਹ ਤੁਹਾਨੂੰ 100% ਯਾਦ ਹੋਣੇ ਚਾਹੀਦੇ ਨੇ। 91 ਜਿਹੜੀ ਬਿਮਾਰੀ ਦਾ ਇਲਾਜ ਨਾ ਹੋ ਸਕਦਾ ਹੋਵੇ ਲਾ ਇਲਾਜ, ਜਿਹੜਾ ਵਿਅਕਤੀ ਵਿੱਚ ਸੋਚ ਵਿਚਾਰ ਦੀ ਸਮਰੱਥਾ ਨਾ ਹੋਵੇ ਮੂਰਖ, ਜੋ ਘਰ-ਬਾਰ ਤਿਆਗ ਕੇ ਜੰਗਲਾਂ ਚਲਾ ਜਾਵੇ ਸੰਨਿਆਸੀ, ਜਿਹੜਾ ਜੇਬਾਂ ਕੱਟਦਾ ਜਾਂ ਫਿਰ ਪਰਸ ਕੱਢਦਾ ਹੋਵੇ ਉਹਨੂੰ ਕਹਿੰਦੇ ਆ ਜੇਬ ਕਤਰਾ, ਜਿਸ ਘਰ ਵਿੱਚੋਂ ਜ਼ਬਰਦਸਤੀ ਲੁੱਟ ਕਰਨੀ ਡਾਕਾ, ਜਿਨ੍ਹਾਂ ਦੀ ਉਮਰ ਇੱਕੋ ਜਿੰਨੀ ਹੋਵੇ ਹਾਣੀ, ਬਹੁਤ ਇੰਪੋਰਟੈਂਟ ਹੈ। ਸਭ ਦੀ ਸਲਾਹ ਨਾਲ ਹੋਇਆ ਫੈਸਲਾ ਸਰਬਸੰਮਤੀ, ਜਿਸ ਲੜਾਈ ਵਿੱਚ ਵਧੇਰੇ ਵਿਅਕਤੀ ਮਾਰੇ ਜਾਣ ਘੱਲੂਘਾਰਾ, ਇਹ ਵੀ ਬਹੁਤ ਇੰਪੋਰਟੈਂਟ ਹੈ। ਮੌਤ ਮਗਰੋਂ ਆਇਆ ਸਾਲਾਨਾ ਮੌਤ ਦਾ ਦਿਨ ਬਰਸੀ, ਜਿਸ ਤੇ ਵਿਸ਼ਵਾਸ ਕੀਤਾ ਜਾ ਸਕੇ ਭਰੋਸੇਯੋਗ। ਸੋ ਨਾਓ ਹੁਣ ਆਪਾਂ ਅਗਲੇ ਟੌਪਿਕ ਤੇ ਆਉਂਦੇ ਹਾਂ ਜਿਹੜਾ ਹੈ ਟ੍ਰਾਂਸਲੇਸ਼ਨ ਦਾ। ਸੋ ਟ੍ਰਾਂਸਲੇਸ਼ਨ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੇ ਨਾਲ ਪੈਰਾਗ੍ਰਾਫ ਵੀ ਆ ਸਕਦੇ ਨੇ ਜਿਨ੍ਹਾਂ ਨੂੰ ਤੁਸੀਂ ਲਾਈਨ ਟੂ ਲਾਈਨ ਟ੍ਰਾਂਸਲੇਟ ਕਰਨਾ ਹੋ ਸਕਦਾ ਹੈ, ਬਟ ਇਹਦੇ ਕਾਫੀ ਘੱਟ ਚਾਂਸਿਸ ਨੇ। ਪਰ ਮੈਂ ਤੁਹਾਨੂੰ ਕੋਈ ਚੀਜ਼ ਰਹਿ ਨਾ ਜਾਵੇ ਕਿਸੇ ਵੀ ਤਰ੍ਹਾਂ ਦੀ ਤੁਸੀਂ ਟਾਈਪ ਦੇ ਨਾਲ ਫੈਮੀਲੀਅਰ ਨਾ ਹੋਵੋ, ਇਸੇ ਲਈ ਮੈਂ ਤੁਹਾਨੂੰ ਇਹ ਪੈਰਾਗ੍ਰਾਫ ਵੀ ਦੇਤੇ, ਨਾਲ ਤੁਹਾਨੂੰ ਇਸ ਤਰ੍ਹਾਂ ਦੇ ਨਾਲ ਸਿੰਗਲ ਲਾਈਨਰ ਟ੍ਰਾਂਸਲੇਸ਼ਨ ਵੀ ਆ ਸਕਦੀ ਹੈ ਤੇ ਇਹਦੇ ਹੀ ਜ਼ਿਆਦਾ ਚਾਂਸ ਨੇ। ਤੇ ਇਹ ਪੈਰਾਗ੍ਰਾਫ ਵੀ ਇੰਨਾ ਸਿੰਪਲ ਹੈ ਕਿ ਇਹਦੀ ਤੁਸੀਂ ਲਾਈਨ ਟੂ ਲਾਈਨ ਹੀ ਟ੍ਰਾਂਸਲੇਸ਼ਨ ਕਰਨੀ ਹੈ, ਸੋ ਤੁਹਾਡੀ ਦੋ ਟਾਈਪਸ ਦੀ ਟ੍ਰਾਂਸਲੇਸ਼ਨ ਦੀ ਤਿਆਰੀ ਹੋ ਜੂਗੀ। ਸੋ ਹੁਣ ਆਪਾਂ ਦੇਖਦੇ ਹਾਂ ਫਰਸਟ, everyone has the right to education। ਸੋ ਇਹਨੂੰ ਜੇ ਆਪਾਂ ਨੇ ਪੰਜਾਬੀ ਚ ਟ੍ਰਾਂਸਲੇਟ ਕਰਨਾ ਇਹਦਾ ਮਤਲਬ ਨਿਕਲੂਗਾ ਹਰੇਕ ਵਿਅਕਤੀ ਨੂੰ ਵਿੱਦਿਆ ਹਾਸਿਲ ਕਰਨ ਦਾ ਹੱਕ ਹੈ। ਪਹਿਲਾ ਰੂਲ ਤੁਸੀਂ ਟ੍ਰਾਂਸਲੇਸ਼ਨ ਦਾ ਇਹ ਯਾਦ ਰੱਖ ਲਓ ਵੀ ਉੱਥੇ ਤੁਸੀਂ ਇਹ ਨਹੀਂ ਸੋਚਣਾ ਵੀ ਜੇ ਇੰਗਲਿਸ਼ ਦੇ 6 ਵਰਡ ਨੇ ਤਾਂ ਆਪਸ਼ਨ ਚ ਪੰਜਾਬੀ ਦੇ ਵੀ 6 ਵਰਡਸ ਵਾਲੀ ਹੀ ਟ੍ਰਾਂਸਲੇਸ਼ਨ ਸਹੀ ਹੈ। ਉਰੇ everyone ਦਾ ਮਤਲਬ ਹੈ ਹਰ ਇਨਸਾਨ, ਹਰ ਵਿਅਕਤੀ। ਸੋ everyone ਦਾ ਮਤਲਬ ਕੱਲਾ ਉੱਤੇ ਹਰੇਕ ਨਹੀਂ ਹੈ, ਹਰੇਕ ਵਿਅਕਤੀ ਹੈ, ਦੋ ਸ਼ਬਦ ਨੇ। ਸੋ ਇਸ ਤਰ੍ਹਾਂ ਦੇ ਨਾਲ ਤੁਸੀਂ ਬੇਸਿਕ ਜਿਹੜੇ ਚੀਜ਼ਾਂ ਨੇ ਉਹਨਾਂ ਦਾ ਧਿਆਨ ਰੱਖਣਾ। ਦੂਜਾ ਨੰਬਰ, ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇਹ ਇੰਗਲਿਸ਼ ਦੇ ਵਰਡ ਦਾ ਪੰਜਾਬੀ ਦੇ ਵਿੱਚ ਇਹ ਅੱਖਰ ਹੈ, ਜਿਵੇਂ ਉਰੇ ਕੰਪਲਸਰੀ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕੰਪਲਸਰੀ ਨੂੰ ਆਪਾਂ ਲਾਜ਼ਮੀ ਕਹਿੰਦੇ ਆ, ਜਾਂ ਫਿਰ ਜਿਵੇਂ ਉਰੇ ਪ੍ਰੋਫੈਸ਼ਨਲ ਹੈ ਉਹਨੂੰ ਆਪਾਂ ਕਿੱਤਾ ਕਹਿੰਦੇ ਆ, ਮੈਰਿਟ ਨੂੰ ਆਪਾਂ ਯੋਗਤਾ ਕਹਿੰਦੇ ਆ। ਸੋ ਹੁਣ ਆਪਾਂ ਦੇਖਦੇ ਹਾਂ, ਐਜੂਕੇਸ਼ਨ ਸ਼ੈਲ ਬੀ ਫ੍ਰੀ ਐਟ ਲੀਸਟ ਇਨ ਐਲੀਮੈਂਟਰੀ ਐਂਡ ਫੰਡਾਮੈਂਟਲ ਸਟੇਜ, ਵਿਦਿਆ ਮੁਫਤ ਹੋਏਗੀ, ਘੱਟ ਤੋਂ ਘੱਟ ਪ੍ਰਾਇਮਰੀ ਵਿਦਿਆ ਮੁਫਤ ਹੋਏਗੀ। ਐਲੀਮੈਂਟਰੀ ਐਜੂਕੇਸ਼ਨ ਸ਼ੈਲ ਬੀ ਕੰਪਲਸਰੀ, ਪ੍ਰਾਇਮਰੀ ਵਿਦਿਆ ਲਾਜ਼ਮੀ ਹੋਏਗੀ। ਟੈਕਨੀਕਲ ਐਂਡ ਪ੍ਰੋਫੈਸ਼ਨਲ ਐਜੂਕੇਸ਼ਨ ਸ਼ੈਲ ਬੀ ਮੇਡ ਜਨਰਲੀ ਅਵੇਲੇਬਲ, ਤਕਨੀਕੀ ਤੇ ਕਿੱਤਿਆ ਸਿੱਖਿਆ ਹਰ ਇੱਕ ਲਈ ਪਹੁੰਚ ਹੋਏਗੀ। ਐਂਡ ਹਾਇਰ ਐਜੂਕੇਸ਼ਨ ਸ਼ੈਲ ਬੀ ਇਕੁਅਲੀ ਅਸੈਸਿਬਲ ਟੂ ਆਲ ਬੇਸਡ ਔਨ ਮੈਰਿਟ, ਇਸੇ ਤਰ੍ਹਾਂ ਉਚੇਰੀ ਵਿਦਿਆ ਯੋਗਤਾ ਦੇ ਆਧਾਰ ਉੱਤੇ ਹਰ ਇੱਕ ਨੂੰ ਮਿਲ ਸਕੇਗੀ। ਫਿਰ ਹੁਣ ਮੈਂ ਤੁਹਾਨੂੰ ਨੈਕਸਟ ਕਰਵਾਉਣੀ ਆ, education shall be directed to the full development of human personality and to strengthening of respect of human right and fundamental freedom, ਮਨੁੱਖੀ ਸ਼ਖਸੀਅਤ ਦੀ ਮੁਕੰਮਲ ਪ੍ਰਫੁੱਲਤਾ ਡਿਵੈਲਪਮੈਂਟ। ਇਹ ਮੈਂ ਤੁਹਾਨੂੰ ਟਫ ਉਰੇ ਇਸ ਲਈ ਕਰਵਾ ਰਹੀ ਹਾਂ ਤਾਂ ਕਿ ਤੁਸੀਂ ਤਿਆਰ ਹੋਵੋ ਉੱਥੇ ਆਸਾਨ ਟ੍ਰਾਂਸਲੇਸ਼ਨ ਕਰਨ ਦੇ ਲਈ, ਤੁਹਾਨੂੰ ਪਤਾ ਹੋਵੇ ਤੁਸੀਂ ਕਿਸ ਤਰ੍ਹਾਂ ਦੇ ਨਾਲ ਬਰੀਕੀ ਦੇ ਨਾਲ ਵੋਕੈਬਲਰੀ ਦੇ ਵਰਡਸ ਨੂੰ ਤਿਆਰ ਕਰਕੇ ਜਾਣਾ।
ਸੋ ਤੁਹਾਨੂੰ ਉੱਥੇ ਪਤਾ ਹੋਣਾ ਚਾਹੀਦਾ ਟ੍ਰਾਂਸਲੇਸ਼ਨ ਕਰਨ ਦੇ ਲਈ ਵੀ ਡਿਵੈਲਪਮੈਂਟ ਨੂੰ ਆਪਾਂ ਪ੍ਰਫੁੱਲਤਾ ਕਹਿੰਦੇ ਆ। ਸੋ ਇਸੇ ਤਰ੍ਹਾਂ ਦੇ ਨਾਲ ਤੁਸੀਂ ਉੱਥੇ ਸਹੀ ਆਪਸ਼ਨ ਟਿਕ ਕਰ ਪਾਓਗੇ। ਉਸ ਤੋਂ ਬਾਅਦ ਹੈ next है अपना it shall promote understanding tolerance friendship among all nation racial religious group shall further the activities of United Nation for maintenance of peace। ਸੋ ਉਸ ਤੋਂ ਬਾਅਦ ਹੈ ਵਿਦਿਆ ਦਾ ਉਦੇਸ਼ ਹੋਏਗਾ ਤੇ ਸਾਰੇ ਮੁਲਕਾਂ ਨਸਲੀ ਤੇ ਧਾਰਮਿਕ ਸੰਗਠਨਾਂ ਵਿੱਚ ਮਨੁੱਖੀ ਅਧਿਕਾਰਾਂ ਪ੍ਰਤੀ ਦੋਸਤੀ ਤੇ ਸਤਿਕਾਰ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਵਿਦਿਆ ਦੀ ਮੰਜ਼ਿਲ ਹੋਏਗੀ ਅਤੇ ਸ਼ਾਂਤੀ ਕਾਇਮ ਰੱਖਣ ਲਈ ਸੰਪੂਰਨ ਰਾਸ਼ਟਰ ਦੀਆਂ ਸਰਗਰਮੀਆਂ ਨੂੰ ਅੱਗੇ ਲੈ ਕੇ ਜਾਏਗੀ। ਸੋ ਮੇਨਟੇਨੈਂਸ ਸਰਗਰਮੀਆਂ ਇਸ ਤਰ੍ਹਾਂ ਦੇ ਨਾਲ ਆਪਾਂ ਨੇ ਇਹ ਚੀਜ਼ ਨੂੰ ਬਰੀਕੀ ਦੇ ਨਾਲ ਉੱਥੇ ਦੇਖਣਾ ਵੀ ਕਿਹੜੇ ਵਰਡ ਦਾ ਪੰਜਾਬੀ ਦੇ ਵਿੱਚ ਆਪਸ਼ਨਾਂ ਦੇ ਵਿੱਚੋਂ ਕਿਹੜਾ ਮਤਲਬ ਸਹੀ ਦਿੱਤਾ ਹੋਇਆ। ਲਾਸਟ ਹੈ parents have a prior right to choose the kind of education that shall be given to their children। ਬੱਚਿਆਂ ਨੂੰ ਕਿਸ ਕਿਸਮ ਦੀ ਸਿੱਖਿਆ ਦੇਣੀ ਹੈ ਇਸ ਚੋਣ ਕਰਨ ਦੀ ਪਹਿਲ। ਸੋ ਉਰੇ ਪ੍ਰਾਇਰ ਵਰਡ ਆ ਗਿਆ, ਪ੍ਰਾਇਰ ਦਾ ਪੰਜਾਬੀ ਚ ਹੈ ਪਹਿਲ। ਪੇਰੈਂਟਸ ਮਾਪੇ, ਮਾਪਿਆਂ ਨੂੰ ਮਿਲੇਗੀ। ਸੋ ਇਸ ਤਰ੍ਹਾਂ ਦੇ ਨਾਲ ਤੁਹਾਨੂੰ ਉੱਥੇ ਇੱਕ ਲਾਈਨ ਦੀ ਟ੍ਰਾਂਸਲੇਸ਼ਨ ਵੀ ਕਰਨੀ ਆ ਸਕਦੀ ਹੈ ਨਾਲ ਪੈਰੇ ਦੀ ਵੀ, ਪਰ ਉੱਥੇ ਤੁਹਾਨੂੰ ਥੋੜੀ ਜਿਹੀ ਇਹਦੇ ਨਾਲੋਂ ਸਿੰਪਲ ਟ੍ਰਾਂਸਲੇਸ਼ਨ ਹੋਊਗੀ, ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਰਹੀ ਹਾਂ, ਪਰ ਮੈਂ ਤੁਹਾਨੂੰ ਇਹ ਟਫ ਇਸ ਲਈ ਕਰਵਾਈ ਹੈ ਤਾਂ ਕਿ ਤੁਸੀਂ ਵਰਡ ਦੇ ਸਪੈਸ਼ਲੀ ਕੁਝ ਇੰਗਲਿਸ਼ ਵਰਡ ਦੇ ਮੀਨਿੰਗ ਤਿਆਰ ਕਰਕੇ ਜਾਓ ਪੰਜਾਬੀ ਦੇ ਵਿੱਚ। ਐਂਡ ਇੱਕ ਹੋਰ ਤੁਹਾਨੂੰ ਉਰੇ ਮੈਂ ਸੁਜੈਸ਼ਨ ਦੇਣਾ ਚਾਹੁੰਦੀ ਹਾਂ, ਬਾਏ ਚਾਂਸ ਤੁਹਾਨੂੰ ਮੁਸ਼ਕਿਲ ਲੱਗ ਰਿਹਾ ਕੋਈ ਇੰਗਲਿਸ਼ ਦੀ ਟ੍ਰਾਂਸਲੇਸ਼ਨ ਕਰਨ ਦੇ ਟਾਈਮ ਕੋਈ ਵਰਡ ਦਾ ਤੁਹਾਨੂੰ ਮਤਲਬ ਨਹੀਂ ਵੀ ਪਤਾ ਪੰਜਾਬੀ 'ਚ, ਤਾਂ ਤੁਸੀਂ ਉਹਨੂੰ ਥੋੜਾ ਬਹੁਤ ਰਿਲੇਟ ਕਰਨ ਦੀ ਕੋਸ਼ਿਸ਼ ਕਰੋ, ਉਹਦਾ ਮਤਲਬ ਓਵਰਆਲ ਸਮਝਣ ਦੀ ਕੋਸ਼ਿਸ਼ ਕਰੋ। ਸੋ ਜੇ ਤੁਹਾਨੂੰ ਕਿਸੇ ਲਾਈਨ ਦਾ ਓਵਰਆਲ ਮਤਲਬ ਥੋੜਾ ਬਹੁਤ ਸਮਝ ਆ ਰਿਹਾ ਤਾਂ ਉਹਨੂੰ ਪੰਜਾਬੀ ਦੇ ਵਿੱਚ ਤੁਸੀਂ ਆਪਸ਼ਨ ਟਿਕ ਕਰ ਸਕਦੇ ਹੋ। ਸੋ ਆਪਣਾ ਲਾਸਟ ਟੌਪਿਕ ਹੈ ਖਾਲੀ ਥਾਂ ਭਰੋ, ਫਿਲ ਇਨ ਦੀ ਬਲੈਂਕਸ। ਸੋ ਇਹਦੇ ਵਿੱਚ ਕੀ ਹੈ, ਤੁਸੀਂ 3 ਚੀਜ਼ਾਂ ਯਾਦ ਰੱਖਣੀਆਂ ਨੇ ਵੀ ਉਹਨਾਂ ਨੇ ਤੁਹਾਨੂੰ ਇਹ ਟੌਪਿਕ ਬਿਲਕੁਲ ਵੇਗ ਦਿੱਤਾ, ਕੋਈ ਕਲੈਰਿਟੀ ਨਹੀਂ ਦਿੱਤੀ। ਸੋ ਇਹਦੇ ਅੰਦਰ ਤੁਹਾਨੂੰ ਉਹ ਕੁਝ ਵੀ ਪੁੱਛ ਸਕਦੇ ਨੇ ਪੰਜਾਬੀ ਗ੍ਰਾਮਰ ਦੇ ਨਾਲ ਰਿਲੇਟਿਡ। ਸੋ ਤੁਸੀਂ ਜਿੰਨੀਆਂ ਵੀ ਬੇਸਿਕ ਚੀਜ਼ਾਂ ਨੇ ਨਾਮ, ਪੜਨਾਮ, ਕਿਰਿਆ ਕਾਲ, ਇਹਨਾਂ ਦੇ ਸਿੰਪਲ ਜਿਹੜੇ ਕਨਸੈਪਟ ਨੇ, ਇਹਨਾਂ ਦੇ ਮੀਨਿੰਗ, ਟਾਈਪਸ ਇਹ ਤਿਆਰ ਕਰਕੇ ਜਾਣੀਆਂ ਨੇ। ਬਾਕੀ ਅਖਾਣ ਤੇ ਮੁਹਾਵਰੇ ਤੁਹਾਨੂੰ ਇਹ ਵੀ ਪੁੱਛੇ ਜਾ ਸਕਦੇ ਨੇ। ਸੋ ਹੁਣ ਤੁਸੀਂ ਐਗਜ਼ਾਮਪਲਸ ਦੇਖ ਲਓ। ਪਹਿਲੀ ਹੈ ਵਾਲ ਡੈਸ਼ ਨਾ ਕਰਨਾ। ਸੋ ਇਸ ਮੁਹਾਵਰੇ ਨੂੰ ਪੂਰਾ ਕਰਨ ਦੇ ਲਈ ਜਿਹੜਾ ਟੁਕਵਾਂ ਵਰਡ ਹੈ ਉਹ ਤੁਸੀਂ ਆਪਸ਼ਨਸ ਚੋਂ ਵਿੰਗਾ ਟਿਕ ਕਰਕੇ ਆਓਗੇ। ਦੂਜਾ ਹੈ ਰੰਗ ਵਿੱਚ ਡੈਸ਼ ਪਾਉਣਾ, ਭੰਗ ਪਾਉਣਾ। ਸੋ ਇਸ ਤਰ੍ਹਾਂ ਦੇ ਨਾਲ ਮੁਹਾਵਰੇ ਪੂਰਾ ਕਰਨ ਦੇ ਲਈ ਤੁਹਾਨੂੰ ਅਖਾਣ ਤੇ ਮੁਹਾਵਰੇ ਆ ਸਕਦੇ ਨੇ। ਫਿਰ ਹੈ ਹੁਣ ਤੁਹਾਨੂੰ ਬੇਸਿਕ ਗ੍ਰਾਮਰ ਦਾ ਕੁਐਸਚਨ ਕਿਰਿਆ ਨਾਲ ਰਿਲੇਟਿਡ। ਠੀਕ ਕਿਰਿਆ ਨਾਲ ਵਾਕ ਪੂਰਾ ਕਰੋ। ਉੱਥੇ ਤੁਹਾਨੂੰ ਆ ਸਕਦਾ ਹੈ ਠੀਕ ਨਾਮ ਨਾਲ, ਠੀਕ ਕਾਲ ਨਾਲ, ਕਿਰਿਆ ਵਿਸ਼ੇਸ਼ਣ ਨਾਲ। ਸੋ ਇਹੀ ਇੱਕ ਫਿਲ ਇਨ ਦੀ ਬਲੈਂਕਸ ਦੀ ਚੀਜ਼ ਹੈ ਕਿ ਤੁਹਾਨੂੰ ਉੱਥੇ ਕਿਸੇ ਵੀ ਟੌਪਿਕ ਚੋਂ ਪੁੱਛ ਸਕਦੇ ਨੇ। ਸੋ ਕੀ ਉਹ ਅੱਜ ਅੰਮ੍ਰਿਤਸਰ ਡੈਸ਼ ਹੈ। ਸੋ ਇਹਦੇ ਵਿੱਚ ਸਭ ਤੋਂ ਜ਼ਿਆਦਾ ਢੁਕਵੀਂ ਕਿਰਿਆ ਜਿਹਦੇ ਨਾਲ ਵਾਕ ਪੂਰਾ ਹੁੰਦਾ ਉਹ ਹੈ ਚਲਾ ਗਿਆ। ਸੋ ਲਾਸਟ ਵਿੱਚ ਹੈ ਦਿੱਤੇ ਗਏ ਵਾਕਾਂ ਦੇ ਖਾਲੀ ਥਾਂ ਵਿੱਚ 4 ਬਹੁ-ਅਰਥੀ ਸ਼ਬਦਾਂ ਵਿੱਚੋਂ ਸਹੀ ਸ਼ਬਦ ਲਿਖੋ ਤਾਂ ਕਿ ਵਾਕਾਂ ਵਿੱਚ ਅਰਥ ਸਪਸ਼ਟ ਹੋ ਜਾਵੇ। ਸੋ ਇਹਨਾਂ ਤਿੰਨਾਂ ਦੇ ਵਿੱਚ ਆਪਾਂ ਨੇ ਇਹ 4 ਆਪਸ਼ਨ ਦੇ ਵਿੱਚੋਂ ਇੱਕ ਇਹੋ ਜਿਹਾ ਵਰਡ ਚੂਜ਼ ਕਰਕੇ ਭਰਨਾ ਹੈ ਜਿਹਦੇ ਨਾਲ ਤਿੰਨਾਂ ਦਾ ਜਿਹੜਾ ਮੀਨਿੰਗ ਹੈ ਉਹ ਸਹੀ ਬਣਦਾ ਹੋਵੇ। ਸੋ ਇਹਦੇ ਵਿੱਚੋਂ ਦੇਖਦੇ ਹਾਂ ਆਪਾਂ ਹੁਣ। ਦੁੱਧ ਨੂੰ ਜਮਾਉਣ ਲਈ ਡੈਸ਼ ਲਾ ਦਿਓ, ਰਾਤ 12 ਵਜੇ ਮੇਰੀ ਡੈਸ਼ ਖੁੱਲ ਗਈ, ਆਪਣੇ ਹੱਕਾਂ ਪ੍ਰਤੀ ਲੋਕ ਹੁਣ ਡੈਸ਼ ਚੁੱਕੇ ਹਨ। ਸੋ ਇਹਦੇ ਵਿੱਚ ਸਭ ਤੋਂ ਢੁਕਵਾਂ ਵਰਡ ਹੈ ਜਾਗ। ਸੋ ਆਪਾਂ ਉੱਥੇ ਆਪਸ਼ਨ ਦੇ ਵਿੱਚ ਜਾਗ ਟਿਕ ਕਰਾਂਗੇ। ਸੋ ਇਸ ਤਰ੍ਹਾਂ ਦੇ ਨਾਲ ਤੁਹਾਨੂੰ ਫਿਲ ਇਨ ਦੀ ਬਲੈਂਕਸ ਆ ਸਕਦੀਆਂ ਨੇ ਤੇ ਇਹਦੇ ਨਾਲ ਹੀ ਆਪਣਾ ਸਬ ਇੰਸਪੈਕਟਰ ਐਗਜ਼ਾਮ ਦੇ ਲਈ ਜਿਹੜਾ ਪੰਜਾਬੀ ਲੈਂਗੁਏਜ ਸਕਿੱਲ ਦਾ ਟੌਪਿਕ ਹੈ ਉਹ ਖਤਮ ਹੁੰਦਾ ਹੈ। ਆਈ ਹੋਪ ਯੂ ਲਾਈਕ ਦ ਵੀਡੀਓ ਐਂਡ ਦ ਕੰਟੈਂਟ। Please keep supporting my channel Victor's Knowledge. Do like, share and comment. Thank you and good luck.